ਆਵਾਜ਼ ਮੇਰੀ ਥੋੜ੍ਹੀ ਨਾ ਡੀਪ ਹੈ, ਗਲੇ 'ਚ ਖਰਾਸ਼, ਕਿਉਂਕਿ ਵੈਨਸਡੇ ਮੈਨੂੰ ਪਤਾ ਲੱਗਾ ਕਿ ਮੈਂ ਕੋਵਿਡ ਪੋਜ਼ੀਟਿਵ ਆ। ਬਟ 2 ਦਿਨ ਹੀ ਜ਼ੁਕਾਮ ਜਾਂ ਖੰਘ ਰਹੀ ਮੈਨੂੰ, ਬਟ ਹੁਣ ਮੈਂ ਰਿਕਵਰ ਕਰ ਰਿਹਾ ਥੈਂਕਸ ਟੂ ਮਾਈ ਯੰਗ ਏਜ, ਕਿ ਮੈਨੂੰ ਇੰਨਾ ਜ਼ਿਆਦਾ ਇੰਪੈਕਟ ਓਮੀਕਰੋਨ ਨੇ ਨਹੀਂ ਕੀਤਾ। ਅਤੇ ਇਹ ਵੇਰੀਐਂਟ ਵੀ ਕਾਫੀ ਮਾਈਲਡ ਹੈ ਐਜ਼ ਕੰਪੇਅਰ ਟੂ ਅਲਫਾ। ਥੋੜ੍ਹਾ ਸੈਂਸ ਆਫ ਟੇਸਟ ਜਾਂ ਸੈਂਸ ਆਫ ਸਮੈਲ ਥੋੜ੍ਹਾ ਜਿਹਾ ਆਫ ਹੈ, ਬਟ ਓਵਰਆਲ ਇਟਸ ਫਾਈਨ। ਪ੍ਰੋਬਲੀ ਨੈਕਸਟ ਟਿਊਜ਼ਡੇ ਵੈਨਸਡੇ ਤੱਕ ਸਭ ਕੁਛ ਨੋਰਮਲ ਜਾਂ ਨੈਗੇਟਿਵ ਰਿਜ਼ਲਟ ਆ ਜਾਏਗਾ। ਚਲੋ ਹੁਣ ਆਉਂਦੇ ਆਪਾਂ ਟੌਪਿਕ ਦੇ ਉੱਤੇ। ਕੁਝ ਦਿਨ ਪਹਿਲੋਂ ਦਾ ਮੈਂ ਸੁਪਨਾ ਪਹਿਲੋਂ ਸਾਂਝਾ ਕਰਾਂ ਕਿ ਮੈਂ ਬੈਠਾ ਹੋਇਆ ਮੋਟਰ 'ਤੇ ਆਪਣੀ ਫੈਮਿਲੀ ਦੇ ਨਾਲ, ਫਾਰਮਸ ਦੀ ਸ਼ਾਇਦ ਰਾਖੀ ਕਰਦੇ ਪਏ ਆ ਇੰਡੀਆ ਦੇ ਵਿੱਚ, ਅਤੇ ਇਜਿਪਸ਼ਨ ਗੋਡ ਖੇਪਰੀ ਨੇ ਅਟੈਕ ਕੀਤਾ ਫਾਰਮਸ ਦੇ ਉੱਤੇ। ਅਤੇ ਇਹ ਸੁਪਨੇ ਤੁਸੀਂ ਥੋੜ੍ਹਾ ਰੀਅਲਾਈਜ਼ ਵੀ ਕਰ ਲਓਗੇ ਕਿ ਕਿੱਦਾਂ ਦੀਆਂ ਚੀਜ਼ਾਂ ਮੇਰੇ ਦਿਮਾਗ 'ਚ ਚੱਲਦੀਆਂ ਰਹਿੰਦੀਆਂ ਨੇ। ਅੱਛਾ, ਉਹ ਗੋਡ ਨੇ ਅਟੈਕ ਕੀਤਾ ਅਤੇ ਮੇਰੀ ਫੈਮਿਲੀ ਨੇ ਉਹਨੂੰ ਖਤਮ ਕਰਤਾ, ਗੋਡ ਨੂੰ, ਇਜਿਪਸ਼ਨ ਗੋਡ ਨੂੰ। ਅਤੇ ਹੁਣ ਉਹ ਡਿਸਾਈਡ ਕਰਦੇ ਪਏ ਨੇ ਕਿ ਇਹਦਾ ਮੀਟ ਬਣਾਇਆ ਜਾਵੇ। ਅਤੇ ਮੇਰੇ ਦਿਮਾਗ 'ਚ ਚੱਲਦਾ ਪਿਆ ਸੀ ਕਿ ਇਹ ਜੀਵ ਜਾਂ ਗੋਡ ਧਰਤੀ ਤੋਂ ਬਾਹਰ ਆਇਆ ਅਤੇ ਕਿੱਦਾਂ ਦੇ ਵਾਇਰਸ ਇਹ ਲੈ ਕੇ ਆਇਆ ਹੋਏਗਾ ਜਾਂ ਬੈਕਟੀਰੀਆ ਆਪਣੀ ਬੋਡੀ 'ਚ ਲੈ ਕੇ ਆਇਆ ਹੋਏਗਾ। ਅਤੇ ਜੇ ਮੇਰੀ ਫੈਮਿਲੀ ਨੇ ਇਹ ਚੀਜ਼ ਨੂੰ ਖਾਧਾ ਅਤੇ ਸ਼ਾਇਦ ਉਹਨਾਂ ਨੂੰ ਕੋਈ ਇੱਦਾਂ ਦੀ ਬਿਮਾਰੀ ਹੋ ਜਾਵੇ ਜਿਹਦਾ ਕੋਈ ਇਲਾਜ ਧਰਤੀ 'ਤੇ ਨਾ ਹੋਵੇ। ਅਤੇ ਮੈਂ ਚੀਖ ਰਿਹਾ, ਚਿੱਲਾ ਰਿਹਾ, ਬਹੁਤ ਜ਼ਿਆਦਾ ਡਰਿਆ ਹੋਇਆ ਕਿ ਇਹ ਬੜੀ ਫੋਰਨ ਚੀਜ਼ ਹੈ, ਬੜੀ ਏਲੀਅਨ ਚੀਜ਼ ਹੈ, ਇਹਨੂੰ ਮਾਰ ਕੇ ਨਾ ਖਾਓ ਜਾਂ ਇਹਨੂੰ ਪਕਾ ਕੇ ਨਾ ਖਾਓ, ਕਿਸੇ ਵੀ ਤਰ੍ਹਾਂ ਇਹਨੂੰ ਕੰਜ਼ਿਊਮ ਨਾ ਕਰੋ, ਕਿਉਂਕਿ ਸ਼ਾਇਦ ਆਪਣੇ ਕੋਲ ਇੱਦੀ ਵੈਕਸੀਨੇਸ਼ਨ ਨਹੀਂ ਹੈ, ਕੋਈ ਵੀ ਇੱਦਾਂ ਦਾ ਇਲਾਜ ਨਹੀਂ ਹੈ। ਕਿਉਂਕਿ ਇੱਥੇ ਜੇ ਤੁਹਾਡੇ ਚਿਕਨ ਖਾਣ ਤੋਂ ਬਾਅਦ ਤੁਹਾਨੂੰ ਕੋਈ ਬਿਮਾਰੀ ਹੁੰਦੀ ਜਾਂ ਫਿਸ਼ ਖਾਣ ਤੋਂ ਬਾਅਦ ਜਾਂ ਮਾੜਾ ਮੀਟ ਖਾਣ ਤੋਂ ਬਾਅਦ ਇੱਥੇ ਦਵਾਈਆਂ ਬਣੀਆਂ ਹੋਈਆਂ, ਆਪਾਂ ਅਕਸਟਮ ਹੋ ਚੁੱਕੇ ਹਾਂ ਉਹ ਮੀਟਸ ਦੇ। ਬਟ ਬਾਹਰ ਦੀਆਂ ਮੀਟ ਕੀ ਚੀਜ਼ ਲੈ ਕੇ ਆਏਗੀ, ਮੈਂ ਬਹੁਤ ਜ਼ਿਆਦਾ ਉਸ ਸੁਪਨੇ ਦੇ ਵਿੱਚ ਡਰਿਆ ਹੋਇਆ ਸੀ। ਅਤੇ ਡਰ ਤੋਂ ਨਾ ਮੈਂ ਸ਼ੁਰੂ ਤੋਂ ਹੀ ਕਹਿੰਦਾ ਹੁੰਦਾ ਕਿ ਡਰ ਇੱਕ ਨਾ ਬੜੀ ਵਧੀਆ ਚੀਜ਼ ਮੈਂ ਮੰਨਦਾ ਵਾਂ, ਕਿ ਡਰ ਇੰਨੀ ਮਾੜੀ ਚੀਜ਼ ਨਹੀਂ। ਅਤੇ ਡਰ ਦੇ ਕਾਰਨ ਹੀ ਇੱਕ ਜੋ ਕੰਪੈਟੀਟਿਵ ਲੈਵਲ ਆਉਂਦਾ ਹੈ ਆਪਣੇ ਵਿੱਚ ਜਾਂ ਦੂਜੀਆਂ ਸਪੀਸ਼ੀਜ਼ ਦੇ ਵਿੱਚ, ਜਿਹਨੇ ਆਪਾਂ ਨੂੰ ਹੈਲਪ ਕੀਤਾ ਗਰੋ ਹੋਣ ਦੇ ਵਿੱਚ ਇਹ ਧਰਤੀ ਦੇ ਉੱਤੇ। ਅਤੇ ਆਈ ਥਿੰਕ ਹਿਊਮਨ ਬਹੁਤ ਜ਼ਿਆਦਾ ਕਮਜ਼ੋਰ ਹੈ, ਹਿਊਮਨ ਸਪੀਸੀ ਬਹੁਤ ਜ਼ਿਆਦਾ ਕਮਜ਼ੋਰ ਹੈ ਐਜ਼ ਕੰਪੇਅਰ ਟੂ ਦੂਜੀਆਂ ਸਪੀਸ਼ੀਜ਼। ਬਟ ਇਸ ਟਾਈਮ ਆਪਾਂ ਨੰਬਰ 1 ਸਪੀਸ਼ੀਜ਼ ਬਣ ਚੁੱਕੇ ਹਾਂ ਧਰਤੀ ਦੇ ਉੱਤੇ। ਅਤੇ ਜੇ ਦੂਜੀਆਂ ਸਪੀਸ਼ੀਜ਼ ਦੇ ਵਿੱਚ ਵੀ ਕੰਪੈਰੀਜ਼ਨ ਕਰੀਏ ਨਾ, ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਬਹੁਤ ਵੈਰ ਹੈ ਜਾਂ ਬਹੁਤ ਜ਼ਿਆਦਾ ਡਰ ਹੈ ਜਾਂ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ। ਡਰ ਇਨ ਦਾ ਸੈਂਸ ਕਿ ਜਾਂ ਤਾਂ ਉਹ ਇੱਕ ਦੂਜੇ ਨੂੰ ਖਾਂਦੇ ਨੇ, ਜਾਂ ਜੇ ਨਹੀਂ ਕਿਸੇ ਚੀਜ਼ ਨੂੰ ਖਾਂਦੇ ਤਾਂ ਉਹਨਾਂ ਨੂੰ ਡਰ ਹੈ ਉਹਨਾਂ ਨੂੰ ਕੋਈ ਖਾ ਨਾ ਜਾਵੇ। ਅਤੇ ਕੰਪੀਟੀਸ਼ਨ ਜੇ ਦੇਖਿਆ ਜਾਵੇ ਕਿ ਸਪੀਸ਼ੀਜ਼ ਦੇ ਵਿੱਚ ਕੋਈ ਹਰੇਕ ਮੇਲ ਫੀਮੇਲ ਦੇ ਨਾਲ ਮੇਟ ਨਹੀਂ ਕਰ ਸਕਦਾ, ਓਨਲੀ ਸਪੈਸੀਫਿਕ ਮੇਲ ਜੋ ਕੰਪੀਟੀਸ਼ਨ ਨੂੰ ਲੜ ਕੇ ਜਿੱਤ ਕੇ ਆਉਂਦੇ ਨੇ ਜਾਂ ਕਿਸੇ ਤਰ੍ਹਾਂ ਫੀਮੇਲ ਨੂੰ ਅਟਰੈਕਟ ਕਰਦੇ ਨੇ ਕਿ ਉਹਨਾਂ ਦੇ ਵਿੱਚ ਕੋਈ ਸਪੈਸ਼ਲ ਚੀਜ਼ ਹੈ ਜੋ ਦੂਸਰੇ ਮੇਲ ਦੇ ਵਿੱਚ ਨਹੀਂ, ਉਹੀ ਦੇ ਗੈਟ ਟੂ ਮੇਟ ਵਿਦ ਦ ਫੀਮੇਲ। ਸੋ ਕਹਿ ਸਕਦੇ ਹਾਂ ਕਿ ਜਾਨਵਰਾਂ ਦੇ ਅੰਦਰ, ਸਪੀਸ਼ੀਜ਼ ਦੇ ਅੰਦਰ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ। ਜੇ ਆਪਾਂ ਵੀ ਦੇਖੀਏ ਨਾ, ਆਪਣੇ ਹਿਊਮਨਸ ਦੇ ਅੰਦਰ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਕਿ ਜ਼ਿਆਦਾ ਪਾਵਰ ਕਿਹਦੇ ਕੋਲ ਹੈ ਜਾਂ ਪੈਸਾ ਕਿਹਦੇ ਕੋਲ ਹੈ। ਮਤਲਬ ਕੰਪੀਟੀਸ਼ਨ ਖਿਲਰਿਆ ਹੋਇਆ ਨਿੱਕੀ ਨਿੱਕੀ ਚੀਜ਼ ਦੇ ਅੰਦਰ, ਜਿੰਨੇ ਵੀ ਲਿਵਿੰਗ ਔਰਗੈਨਿਜ਼ਮਸ ਨੇ ਆਪਣੀ ਧਰਤੀ ਦੇ ਉੱਤੇ, ਕੰਪੀਟੀਸ਼ਨ ਹੀ ਕੰਪੀਟੀਸ਼ਨ ਹੈ। ਜਾਂ ਤਾਂ ਆਪਾਂ ਡਰਦੇ ਹਾਂ ਜਾਂ ਆਪਾਂ ਇੱਕ ਦੂਜੇ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਹੀ ਚੀਜ਼ ਨੇ ਆਪਣੇ ਐਨਸੈਸਟਰਸ ਨੂੰ ਇਨੋਵੇਟ ਕਰਨ 'ਤੇ ਮਜਬੂਰ ਕੀਤਾ ਕਿ ਜੇ ਆਪਾਂ ਇਨੋਵੇਟ ਨਹੀਂ ਕਰਾਂਗੇ ਤਾਂ ਸ਼ਾਇਦ ਆਪਣੀ ਹਿਊਮਨ ਸਪੀਸ਼ੀਜ਼ ਕਿਤੇ ਨਾ ਕਿਤੇ ਪਿੱਛੇ ਰਹਿ ਜਾਏਗੀ ਜਾਂ ਖ਼ਤਮ ਹੋ ਜਾਏਗੀ। ਅਤੇ ਇਹੀ ਇਨੋਵੇਸ਼ਨ ਅਤੇ ਗਰੋਥ ਦੇ ਕਾਰਨ, ਜਿੱਦਾਂ ਮੈਂ ਕਿਹਾ, ਆਪਾਂ ਨੰਬਰ 1 ਸਪੀਸ਼ੀਜ਼ ਇਹ ਦੁਨੀਆ ਦੀ ਬਣ ਚੁੱਕੇ ਹਾਂ। ਅਤੇ ਹੁਣ ਆਪਾਂ ਇੰਨੇ ਜ਼ਿਆਦਾ ਪਾਵਰਫੁਲ ਹਾਂ ਕਿ ਡੇਲੀ ਬੇਸਿਸ 'ਤੇ ਨਾ ਚਾਹੁੰਦਿਆਂ ਹੋਇਆਂ ਵੀ ਆਪਾਂ ਬਹੁਤ ਜ਼ਿਆਦਾ ਸਪੀਸ਼ੀਜ਼ ਨੂੰ ਖ਼ਤਮ ਕਰਦੇ ਪਏ ਹਾਂ। ਜਿੱਦਾਂ ਆਪਾਂ ਇੱਲਾਂ ਦੇਖਦੇ ਹੁੰਦੇ ਸੀ ਇੰਡੀਆ ਦੇ ਵਿੱਚ ਕਿੱਦਾਂ ਉੱਡਦੀਆਂ ਹੁੰਦੀਆਂ ਸੀ, ਪ੍ਰੋਬਲੀ 10 ਜਾਂ 20 ਸਾਲ ਪਹਿਲੋਂ, ਬਟ ਹੁਣ ਇੱਲਾਂ ਬਹੁਤ ਜ਼ਿਆਦਾ ਘੱਟ ਗਈਆਂ, ਵਲਚਰਸ ਬਹੁਤ ਜ਼ਿਆਦਾ ਘੱਟ ਗਏ ਨੇ। ਅਤੇ ਮੈਂ ਇਹਦੀ ਸਟੱਡੀ ਪੜ੍ਹਦਾ ਪਿਆ ਸੀ, ਪਹਿਲੋਂ ਜਦੋਂ ਇੱਲਾਂ ਨੇ ਕਿਤੇ ਘੁੰਮਣਾ, ਥੱਲੇ ਕੋਈ ਮਵੇਸ਼ੀ ਜਾਂ ਕੋਈ ਜਾਨਵਰ ਮਰਿਆ ਹੋਣਾ ਅਤੇ ਉਹਨਾਂ ਨੇ ਖਾਣਾ ਅਤੇ ਉਹਨਾਂ ਨੇ ਖ਼ਤਮ ਕਰਨਾ, ਉਹਨੂੰ ਸਾਫ਼ ਕਰ ਦੇਣਾ, ਜੋ ਇਨਵਾਇਰਮੈਂਟ ਵਾਸਤੇ ਬਹੁਤ ਇੱਕ ਵਧੀਆ ਚੀਜ਼ ਸੀ। ਬਟ ਆਪਾਂ ਕੀ ਕਰਨਾ ਸ਼ੁਰੂ ਕੀਤਾ ਕਿ ਜਿੰਨੇ ਵੀ ਆਪਣੇ ਜਾਨਵਰ ਸੀ,
ਮੱਝਾਂ ਸੀ ਜਾਂ ਗਾਵਾਂ ਸੀ ਉਹਨਾਂ ਨੂੰ ਆਪਾਂ ਟੀਕੇ ਲਾਉਣੇ ਸ਼ੁਰੂ ਕਰਤੇ। ਉਹਨਾਂ ਦੀ ਜੋ ਕੋਈ ਇੰਟਰਨਲ ਕੋਈ ਬਿਮਾਰੀ ਹੋਵੇਗੀ, ਡਰੱਗ ਦਾ ਮੈਨੂੰ ਨਾਮ ਨਹੀਂ ਪਤਾ, ਬਟ ਆਪਾਂ ਬਹੁਤ ਜ਼ਿਆਦਾ ਟੀਕੇ ਉਹਨਾਂ ਨੂੰ ਲਾਉਣੇ ਸ਼ੁਰੂ ਕਰਤੇ। ਬਟ ਜਦੋਂ ਉਹ ਮਰਦੇ ਸੀ ਤੇ ਉਹਨਾਂ ਨੂੰ ਜਦੋਂ ਆਪਾਂ ਬਾਹਰ ਜਾ ਕੇ ਸੁੱਟਣਾ ਤੇ ਇੱਲਾਂ ਨੇ ਉਹਨਾਂ ਨੂੰ ਖਾਣਾ, ਤੇ ਇੱਲਾਂ ਦੇ ਵਾਸਤੇ ਇੱਕ ਜ਼ਹਿਰ ਦੀ ਤਰ੍ਹਾਂ ਉਹ ਇੱਕ ਐਕਟ ਕਰਦਾ ਸੀ। ਤੇ ਆਪਾਂ 99% ਇੱਲਾਂ ਇੰਡੀਆ ਦੀਆਂ ਖਤਮ ਕਰਤੀਆਂ ਨੇ। 99% ਇੱਕ ਬਹੁਤ ਤਗੜਾ ਨੰਬਰ ਹੈ। ਤੇ ਜਿੱਦਾਂ ਮੈਂ ਕਿਹਾ ਕਿ ਨਾ ਚਾਹੁੰਦਿਆਂ ਹੋਇਆਂ ਵੀ ਹੋਰ ਵੀ ਬਹੁਤ ਜ਼ਿਆਦਾ ਸਪੀਸ਼ੀਜ਼ ਨੇ ਜਿਨ੍ਹਾਂ ਨੂੰ ਆਪਾਂ ਖਤਮ ਕਰਦੇ ਪਏ ਹਾਂ, ਤੇ ਰਿਸੋਰਸਿਸ ਆਪਾਂ ਇਹ ਧਰਤੀ ਦੇ ਬਹੁਤ ਜ਼ਿਆਦਾ ਕੰਜ਼ਿਊਮ ਕਰਦੇ ਪਏ ਹਾਂ। ਤੇ ਫੋਰ ਸ਼ੋਰ ਇੱਕ ਇੱਦਾਂ ਦਾ ਟਾਈਮ ਆਏਗਾ ਜਦੋਂ ਆਪਾਂ ਇਹ ਧਰਤੀ ਨੂੰ ਛੱਡਾਂਗੇ, ਕਿਉਂਕਿ ਰਿਸੋਰਸਿਸ ਜਾਂ ਐਨੀਮਲਸ ਜਾਂ ਹੋਰ ਸਪੀਸ਼ੀਜ਼ ਖਤਮ ਹੋ ਚੁੱਕੇ ਹੋਣਗੇ ਤੇ ਆਪਾਂ ਇਹ ਪਲੈਨਟ ਰਹਿਣ ਜੋਗਾ ਨਹੀਂ ਛੱਡਾਂਗੇ, ਆਪਾਂ ਨੂੰ ਬਾਹਰ ਨਿਕਲਣਾ ਹੀ ਪਏਗਾ। ਤੇ ਇੱਕ ਨਾ ਮੈਂ ਹੋਰ ਚੀਜ਼ ਪੜ੍ਹਦਾ ਪਿਆ ਸੀ ਕਿ ਕਿੰਨੀ ਤਰ੍ਹਾਂ ਦੀਆਂ ਸਿਵਲਾਈਜੇਸ਼ਨਸ ਹੁੰਦੀਆਂ ਨੇ। ਜੇ ਹੋਣਗੀਆਂ ਯੂਨੀਵਰਸ ਦੇ ਵਿੱਚ ਹੋਰ ਵੀ ਏਲੀਅਨਸ ਹੋਣਗੀਆਂ, ਸਿਵਲਾਈਜੇਸ਼ਨਸ ਹੋਣਗੀਆਂ, ਕਿੰਨੇ ਤਰ੍ਹਾਂ ਦੀਆਂ ਹੋਣਗੀਆਂ। ਤੇ ਕਰਦਾਸ਼ੇਵ ਇੱਕ ਨਾਮ ਦਾ ਇੱਕ ਸਾਇੰਟਿਸਟ ਹੈ, ਉਹਨੇ 4 ਤਰ੍ਹਾਂ ਦੀਆਂ ਸਿਵਲਾਈਜੇਸ਼ਨਸ ਦੱਸੀਆਂ ਨੇ ਕਿ 4 ਤਰ੍ਹਾਂ ਦੇ ਤਗੜੇ ਏਲੀਅਨਸ ਹੋ ਸਕਦੇ ਨੇ। ਪਹਿਲੀ ਤਰ੍ਹਾਂ ਦੀ ਸਿਵਲਾਈਜੇਸ਼ਨ ਹੋ ਸਕਦੀ ਹੈ ਜੋ ਆਪਣੇ ਗ੍ਰਹਿ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਦੇ ਰਿਸੋਰਸਿਸ ਨੂੰ ਚੰਗੀ ਤਰ੍ਹਾਂ ਯੂਜ਼ ਕਰਨਾ ਉਹਨਾਂ ਨੂੰ ਆਉਂਦਾ, ਉੱਥੋਂ ਦੀ ਐਨਰਜੀ ਨੂੰ ਚੰਗੀ ਤਰ੍ਹਾਂ ਯੂਜ਼ ਕਰਨਾ ਉਹਨਾਂ ਨੂੰ ਆਉਂਦਾ। ਜਿੱਦਾਂ ਕਿ ਆਪਾਂ ਧਰਤੀ ਦੇ ਐਨਰਜੀ ਇਸ ਟਾਈਮ ਯੂਜ਼ ਕਰਦੇ ਪਏ ਹਾਂ, ਪੈਟਰੋਲ ਯੂਜ਼ ਕਰਦੇ ਪਏ ਹਾਂ, ਕੋਲਾ ਯੂਜ਼ ਕਰਦੇ ਪਏ ਹਾਂ, ਫੋਸਿਲ ਫਿਊਲ ਵਗੈਰਾ ਯੂਜ਼ ਕਰਦੇ ਪਏ ਹਾਂ, ਗੈਸਿਸ ਯੂਜ਼ ਕਰਦੇ ਪਏ ਹਾਂ। ਕਹਿੰਦੇ ਉਹ ਪਹਿਲੀ ਤਰ੍ਹਾਂ ਦੀ ਸਿਵਲਾਈਜੇਸ਼ਨ ਜੋ 100% ਜਾਣਦੀ ਆਪਣੇ ਗ੍ਰਹਿ ਦੀ ਐਨਰਜੀ ਨੂੰ ਕਿੱਦਾਂ ਯੂਜ਼ ਕਰਨਾ, ਉਹ ਹੈ ਟਾਈਪ 1 ਦੀ ਸਿਵਲਾਈਜੇਸ਼ਨ। ਫਿਰ ਟਾਈਪ 2 ਦੀ ਸਿਵਲਾਈਜੇਸ਼ਨ ਉਹ ਹੋ ਸਕਦੀ ਹੈ ਜੋ ਆਪਣੇ ਤਾਰੇ ਦੀ ਐਨਰਜੀ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਾ ਸਿੱਖ ਜਾਏਗੀ। ਜਿੱਦਾਂ ਕਿ ਆਪਣਾ ਇਹ ਸੂਰਜ, ਜਿੱਦਣ ਆਪਾਂ ਸੂਰਜ 'ਤੇ ਕੰਟਰੋਲ ਪਾ ਲਿਆ ਉਦਣ ਆਪਾਂ ਟਾਈਪ 2 ਦੀ ਸਿਵਲਾਈਜੇਸ਼ਨ ਬਣ ਜਾਵਾਂਗੇ। ਫਿਰ ਕਹਿੰਦਾ ਕਿ ਟਾਈਪ 3 ਦੀ ਸਿਵਲਾਈਜੇਸ਼ਨ ਉਹ ਹੋਏਗੀ ਜੋ ਆਪਣੇ ਪੂਰੀ ਗੈਲੈਕਸੀ ਨੂੰ, ਉੱਥੋਂ ਦੀ ਪੂਰੀ ਐਨਰਜੀ, ਪੂਰੀ ਗੈਲੈਕਸੀ ਦੀ ਐਨਰਜੀ ਨੂੰ ਕੰਜ਼ਿਊਮ ਕਰ ਸਕਦੀ ਹੈ ਤੇ ਕੰਟਰੋਲ ਕਰ ਸਕਦੀ ਹੈ। ਉਹ ਹੋਏਗੀ ਟਾਈਪ 3 ਦੀ ਸਿਵਲਾਈਜੇਸ਼ਨ। ਤੇ ਇਸ ਟਾਈਮ ਆਪਣਾ ਗੈਲੈਕਸੀ ਨੂੰ ਕੰਟਰੋਲ ਕਰਨਾ ਬਹੁਤ ਦੂਰ, ਕਿਉਂਕਿ ਆਪਣੀ ਗੈਲੈਕਸੀ ਦੇ ਵਿੱਚ ਹੀ ਬਿਲੀਅਨ ਤਾਰੇ ਨੇ, ਤਾਂ ਸਾਰਿਆਂ ਤਾਰਿਆਂ ਦੀਆਂ ਐਨਰਜੀ ਨੂੰ ਇਕੱਠੇ ਕਰਨਾ ਬਹੁਤ ਔਖਾ ਹੈ। ਤੇ ਫਿਰ ਚੌਥੀ ਤਰ੍ਹਾਂ ਦੀ ਸਿਵਲਾਈਜੇਸ਼ਨ ਉਹ ਹੋਏਗੀ ਜੋ ਕਾਫੀ ਸਾਰੀਆਂ ਗੈਲੈਕਸੀਜ਼ ਨੂੰ ਇਕੱਠਿਆ ਉਹਨਾਂ ਦੇ ਤਾਰਿਆਂ ਦੀ ਐਨਰਜੀ ਨੂੰ ਕੰਜ਼ਿਊਮ ਜਾਂ ਕੰਟਰੋਲ ਕਰ ਸਕਦੀ ਹੈ। ਉਹ ਹੋਏਗੀ ਟਾਈਪ 4 ਦੀ ਸਿਵਲਾਈਜੇਸ਼ਨ। ਤੇ ਉਹਨੇ ਹੋਰ ਵੀ ਕੀਆਂ, ਕਹਿੰਦੇ ਕਿ ਪਰ 4 ਤੱਕ ਹੀ ਪਹੁੰਚਣਾ ਕਿਸੇ ਵੀ ਏਲੀਅਨ ਸਿਵਲਾਈਜੇਸ਼ਨ ਵਾਸਤੇ ਬਹੁਤ ਜ਼ਿਆਦਾ ਚੀਜ਼ ਔਖੀ ਹੈ। ਤੇ ਇਹ ਸਕੇਲ ਦੇ ਉੱਤੇ ਜੇ ਆਪਾਂ ਧਰਤੀ ਨੂੰ ਦੇਖੀਏ ਨਾ, ਆਪਾਂ ਹੁੰਦੇ ਹਾਂ 0.75। ਆਪਾਂ ਨੰਬਰ 1 'ਤੇ ਵੀ ਨਹੀਂ ਪਹੁੰਚੇ, ਕਿਉਂਕਿ ਆਪਾਂ ਨੂੰ ਹਜੇ ਧਰਤੀ ਦੇ ਪੂਰੇ ਰਿਸੋਰਸਿਸ ਯੂਜ਼ ਕਰਨੇ ਨਹੀਂ ਆਏ, ਜਾਂ ਆਪਾਂ ਨੂੰ ਧਰਤੀ ਦੇ ਹੀ ਐਨਰਜੀ ਯੂਜ਼ ਕਰਨੀ ਨਹੀਂ ਆਈ। ਬਟ ਫੋਰ ਸ਼ੋਰ ਪ੍ਰੋਬਬਲੀ 1000 years 2000 years ਭਾਵੇਂ 10,000 ਸਾਲ ਲਾਈਏ, ਕਿਸੇ ਨਾ ਕਿਸੇ ਦਿਨ ਆਪਾਂ ਧਰਤੀ ਨੂੰ ਚੰਗੀ ਤਰ੍ਹਾਂ ਕੰਜ਼ਿਊਮ ਕਰਨਾ ਸਿੱਖ ਲਵਾਂਗੇ ਤੇ ਆਪਾਂ ਬਿਲਕੁਲ ਇਹ ਧਰਤੀ ਨੂੰ ਛੱਡ ਕੇ ਬਾਹਰ ਨਿਕਲਾਂਗੇ। ਬਟ ਹੁਣ ਜਦੋਂ ਮੈਂ ਸੋਚਦਾ ਕਿ ਜਿੱਦਣ ਆਪਾਂ ਧਰਤੀ ਤੋਂ ਬਾਹਰ ਨਿਕਲੇ ਤੇ ਆਪਾਂ ਜਦੋਂ ਏਲੀਅਨਸ ਨੂੰ ਵੀ ਦੇਖਦੇ ਆ ਨਾ, ਉਹ ਵੀ ਆਪਣੇ ਗ੍ਰਹਿ ਨੂੰ ਛੱਡ ਕੇ ਹੀ ਆਏ ਨੇ। ਤੇ ਆਪਾਂ ਧਰਤੀ ਤੋਂ ਬਾਹਰ ਕਿਉਂ ਨਿਕਲਾਂਗੇ? ਆਪਣੇ ਲਾਲਚ ਕਾਰਨ ਆਪਾਂ ਧਰਤੀ ਤੋਂ ਬਾਹਰ ਨਿਕਲਾਂਗੇ। ਜਿੱਦਾਂ ਕਿ ਹੁਣ ਗੱਲ ਕਰਦੇ ਪਏ ਸੀ ਲੋਕੀ ਕਿ ਐਸਟਰੋਇਡਸ ਨੂੰ ਕਿੱਦਾਂ ਆਪਾਂ ਮਾਈਨ ਕਰ ਸਕਦੇ ਹਾਂ। ਐਸਟਰੋਇਡਸ ਦੇ ਉੱਤੇ ਜੋ ਧਰਤੀ ਤੋਂ ਬਾਹਰ ਪੱਥਰ ਨੇ, ਕਈ ਪੱਥਰ ਸੋਨੇ ਦੇ ਬਣੇ ਹੋਏ ਨੇ ਜਾਂ ਕਈ ਪੱਥਰ ਪੂਰੇ ਹੀਰਿਆਂ ਦੇ ਬਣੇ ਹੋਏ ਨੇ। ਤੇ ਆਪਾਂ ਇਹ ਚੀਜ਼ਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਹੁਣ ਆਪਾਂ ਚੰਦਰਮਾ 'ਤੇ ਵੀ ਰੇਸਾਂ ਲੱਗੀਆਂ ਹੋਈਆਂ ਨੇ ਕਿ ਪਹਿਲੀ ਕਿਹੜੀ ਕੰਟਰੀ ਹੋਏਗੀ ਜੋ ਚੰਦਰਮਾ 'ਤੇ ਜਾ ਕੇ ਵਾਸ ਕਰੇਗੀ। ਫਿਰ ਕੰਪੀਟੀਸ਼ਨ ਸ਼ੁਰੂ ਹੋ ਗਿਆ ਹੁਣ ਕਿ ਕਿਹੜੀ ਕੰਟਰੀ ਪਹਿਲੀ ਹੋਏਗੀ ਜੋ ਮਾਰਸ ਜਾ ਕੇ ਕੋਲੋਨਾਈਜ਼ ਕਰੇਗੀ। ਮਤਲਬ ਕੰਪੀਟੀਸ਼ਨ ਦੇ ਕਾਰਨ ਹੀ ਆਪਾਂ ਬਾਹਰ ਵੱਧ ਰਹੇ ਹਾਂ। ਬਟ ਜੇ ਹਿਊਮਨਸ ਨੂੰ ਮੌਕਾ ਮਿਲੇ, ਸੋਚੋ ਇੱਕ ਪਲੈਨਟ ਹੈ ਬਾਹਰ ਜਿੱਥੇ ਜੀਵਨ ਹੈ, ਜਿੱਥੇ ਆਪਣੇ ਵਰਗੇ ਲੋਕ ਰਹਿੰਦੇ ਨੇ, ਬਟ ਆਪਣੇ ਤੋਂ ਜ਼ਿਆਦਾ ਉਹ ਐਡਵਾਂਸ ਨਹੀਂ। ਆਪਾਂ ਉੱਥੇ ਪਹੁੰਚਦੇ ਹਾਂ ਤੇ ਪਹਿਲਾ ਆਪਣਾ ਆਈਡੀਆ ਕੀ ਹੋਏਗਾ? ਆਪਣਾ ਪਹਿਲਾ ਆਈਡੀਆ ਹੋਏਗਾ ਕਿ ਇਹਨਾਂ ਕੋਲ ਕਿਹੜੀਆਂ ਵਧੀਆ ਚੀਜ਼ਾਂ ਨੇ, ਇਹਨਾਂ ਕੋਲ ਕਿਹੜੇ ਖਜ਼ਾਨੇ ਨੇ, ਤੇ ਆਪਾਂ ਉਹਨੂੰ ਲੈਣ ਦੀ ਕੋਸ਼ਿਸ਼ ਕਰਾਂਗੇ। ਭਾਵੇਂ ਆਪਾਂ ਜਿੰਨਾ ਵੀ ਮਰਜ਼ੀ ਡਿਨਾਈ ਕਰੀਏ, ਆਪਾਂ ਪੁਰਾਣਾ ਹਿਸਟਰੀ ਪੜ੍ਹ ਕੇ ਦੇਖੀਏ, ਜਿੰਨੀਆਂ ਵੀ ਵਾਰਸ ਹੋਈਆਂ ਨੇ ਜਾਂ ਜਿੰਨੀਆਂ ਵੀ ਇਨਵੇਜਨ ਹੋਈਆਂ ਨੇ, ਸਿਰਫ ਇਸੇ ਕਰਕੇ ਹੋਈਆਂ। ਜੇ ਭਾਵੇਂ
ਇੰਗਲੈਂਡ ਨੇ ਇੰਡੀਆ ਦੇ ਵਿੱਚ ਆ ਕੇ ਇੰਡੀਅਨਸ ਨੂੰ ਖਤਮ ਕੀਤਾ ਕਿਉਂਕਿ ਸਿਰਫ ਲੁੱਟਣਾ ਚਾਹੁੰਦੀ ਸੀ। $48 ਟ੍ਰਿਲੀਅਨ ਇੰਡੀਆ ਤੋਂ ਲੁੱਟਿਆ ਗਿਆ। ਫਿਰ ਚਾਈਨਾ ਦਾ ਤਿੱਬਤ ਵਿੱਚ ਆ ਕੇ ਇਨਵੇਡ ਕਰ ਦੇਣਾ, ਚਾਈਨਾ ਦਾ ਪਾਕਿਸਤਾਨ ਨੂੰ ਬਹੁਤ ਤਗੜੇ ਲੋਨ ਦੇਣੇ ਤਾਂ ਕਿ ਉਹ ਵਾਪਸ ਨਾ ਕਰ ਪਾਉਣ, ਤਾਂ ਕਿ ਪਾਕਿਸਤਾਨ ਦੇ ਉੱਤੇ ਕਬਜ਼ਾ ਕੀਤਾ ਜਾ ਸਕੇ। ਸ਼੍ਰੀਲੰਕਾ ਨੂੰ ਬਹੁਤ ਜ਼ਿਆਦਾ ਪੈਸਾ ਦੇਣਾ ਤਾਂ ਕਿ ਉਹ ਵਾਪਸ ਨਾ ਕਰ ਪਾਏ। ਵਰਲਡ ਵਾਰ 2 ਦੀ ਮੈਂ ਗੱਲ ਕਰਾਂ, ਜਰਮਨੀ ਦਾ ਪੋਲੈਂਡ 'ਤੇ ਅਟੈਕ ਕਰਨਾ, ਇਨਵੇਜਨ ਕਰਨਾ ਕਿਉਂ ਸੀ? ਕਿਉਂਕਿ ਜਗ੍ਹਾ ਚਾਹੁੰਦੀ ਸੀ। ਇਹੀ ਆਪਣੀ ਹਿਸਟਰੀ ਹੈ ਅਤੇ ਫਿਊਚਰ ਦੇ ਵਿੱਚ ਵੀ ਸ਼ਾਇਦ ਆਪਣੇ ਵਿੱਚ ਇਹ ਚੀਜ਼ ਨਹੀਂ ਚੇਂਜ ਹੋਏਗੀ ਅਤੇ ਆਪਾਂ ਹੈਲਪ ਨਹੀਂ ਕਰ ਸਕਦੇ। ਇਹਨੂੰ ਹੀ ਕਹਿੰਦੇ ਨੇ ਹਿਊਮਨ ਹੋਣਾ, ਕਿ ਮੈਨੂੰ ਹੋਰ ਚਾਹੀਦਾ, ਮੇਰੀ ਗਰੀਡ ਇੰਨੀ ਤਗੜੀ ਹੈ ਕਿ ਮੈਂ ਆਪਣੇ ਆਪ ਨੂੰ ਸੈਟਿਸਫਾਈ ਨਹੀਂ ਕਰ ਸਕਦਾ। ਅਤੇ ਜਿੱਦਾਂ ਮੈਂ ਕਿਹਾ ਕਿ ਇਹੀ ਰੀਜ਼ਨ ਹੋਏਗਾ ਆਪਣਾ ਇਹ ਪਲੈਨਟ ਨੂੰ ਛੱਡਣਾ, ਕਿਉਂਕਿ ਆਪਾਂ ਨੂੰ ਹੋਰ ਚਾਹੀਦਾ। ਅਤੇ ਹੁਣ ਇਹ ਚੀਜ਼ ਨੂੰ ਮੈਂ ਕੰਪੇਅਰ ਕਰਦਾ ਵਾਂ ਏਲੀਅਨਸ ਦੇ ਨਾਲ, ਕਿ ਜਦੋਂ ਏਲੀਅਨਸ ਆਪਣੀ ਗ੍ਰਹਿ ਤੋਂ ਬਾਹਰ ਆਏ ਹੋਏ ਨੇ ਅਤੇ ਉਹ ਕਿਹੜੀ ਗੱਲੋਂ ਆਏ ਹੋਣਗੇ? ਜੋ ਗ੍ਰਹਿ ਤੋਂ ਬਾਹਰ ਨਿਕਲੇ ਨੇ ਜਹਾਜ਼ਾਂ ਦੇ ਵਿੱਚ, ਉਹ ਕਿਹੜੀ ਗੱਲੋਂ ਨਿਕਲੇ ਨੇ? ਉੱਥੇ ਮੈਂ ਚੀਜ਼ ਕੰਪੇਅਰ ਕਰਦਾ ਆਪਣੇ ਗ੍ਰਹਿ ਦੇ ਨਾਲ। ਸ਼ਾਇਦ ਉਹ ਵੀ ਆਪਣੇ ਗ੍ਰਹਿ ਦੇ ਅੰਦਰ ਸਾਰਿਆਂ ਨੂੰ ਹਰਾ ਕੇ, ਸਾਰੀ ਸਪੀਸ਼ੀਜ਼ ਨੂੰ ਹਰਾ ਕੇ, ਸਾਰੇ ਸਪੀਸ਼ੀਜ਼ ਨੂੰ ਖ਼ਤਮ ਕਰਕੇ ਉਹਨਾਂ ਵਰਗੀ ਸਪੀਸ਼ੀਜ਼ ਹੋਰ ਕੋਈ ਬਚੀ ਹੀ ਨਹੀਂ ਅਤੇ ਉਹਨਾਂ ਨੇ ਵੀ ਡਿਸਾਈਡ ਕੀਤਾ ਯਾਰ ਹੁਣ ਆਪਾਂ ਵੀ ਚੱਲੀਏ, ਆਪਾਂ ਬਾਹਰ ਦੇਖੀਏ ਕਿਹੜੇ ਕਿਹੜੇ ਗ੍ਰਹਿ 'ਤੇ ਜੀਵ ਨੇ, ਅਤੇ ਦੇਖੀਏ ਆਪਾਂ ਨੂੰ ਹੋਰ ਕੀ ਹਾਸਲ ਹੋ ਸਕਦਾ ਉਹ ਗ੍ਰਹਿਾਂ ਤੋਂ। ਕਿਸੇ ਨਾ ਕਿਸੇ ਦਿਨ ਆਪਾਂ ਇੱਦਾਂ ਦੀ ਸਿਵਿਲਾਈਜੇਸ਼ਨ ਦੇ ਸਾਹਮਣੇ ਆਵਾਂਗੇ, ਜੇ ਆਪਾਂ ਬਾਹਰ ਵੀ ਘੁੰਮ ਫਿਰ ਰਹੇ ਹਾਂ ਕਿਸੇ ਨਾ ਕਿਸੇ ਦਿਨ ਆਪਣੇ ਜਹਾਜ਼ ਆਮਣੋ ਸਾਹਮਣੇ ਹੋਣਗੇ। ਅਤੇ ਇਹੀ ਡਰ ਵਾਲੀ ਗੱਲ ਹੈ ਕਿ ਜੇ ਆਪਾਂ ਤਗੜੇ ਹੋਏ ਅਤੇ ਆਪਾਂ ਨੇ ਉਹਨਾਂ ਨੂੰ ਨਹੀਂ ਛੱਡਣਾ, ਅਤੇ ਜੇ ਉਹ ਤਗੜੇ ਹੋਏ ਅਤੇ ਉਹਨਾਂ ਨੇ ਆਪਾਂ ਨੂੰ ਨਹੀਂ ਛੱਡਣਾ। ਅਤੇ ਹੁਣ ਤਗੜਾ ਕਿੱਦਾਂ ਡਿਸਾਈਡ ਕਰੇਗਾ ਕਿ ਕੌਣ ਜ਼ਿਆਦਾ ਤਗੜਾ? ਹੁਣ ਜਦੋਂ ਮੈਂ ਆਪਣੀ ਦੇਖਦਾ ਨਾ, ਅਤੇ ਆਪਾਂ ਇੰਨੇ ਜ਼ਿਆਦਾ ਤਗੜੇ ਨਹੀਂ ਹਾਂ। ਹੁਣ ਕੰਟਰੀਜ਼ ਆਪਾਂ ਤਗੜੀ ਕਹਿ ਲੈਂਦੇ ਹਾਂ ਕਿ ਅਮਰੀਕਾ ਬਹੁਤ ਤਗੜਾ, ਚਾਈਨਾ ਬਹੁਤ ਤਗੜਾ। ਪਹਿਲਾ ਪਿਸਤੌਲ ਆਈ ਥਿੰਕ 1836 ਦੇ ਵਿੱਚ ਪਹਿਲਾ ਪਿਸਤੌਲ ਦਾ ਪੇਟੈਂਟ ਲਾਗੂ ਹੋਇਆ ਸੀ 1936 ਦੇ ਵਿੱਚ, ਅਤੇ ਨਿਊਕਲੀਅਰ ਬੰਬ ਬਣਿਆ ਸੀ 1942 ਦੇ ਵਿੱਚ। ਉਹਦਾ ਮੈਨਹੈਟਨ ਪ੍ਰੋਜੈਕਟ ਜੋ ਕੰਪਲੀਟ ਹੋਇਆ ਸੀ। ਆਲਮੋਸਟ 100 ਸਾਲ ਦੇ ਅੰਦਰ ਅੰਦਰ ਆਪਣਾ ਸਫ਼ਰ ਰਿਹਾ ਪਿਸਤੌਲ ਤੋਂ ਨਿਊਕਲੀਅਰ ਬੰਬ ਦਾ। 100 ਸਾਲ ਜੇ ਆਪਾਂ ਯੂਨੀਵਰਸ ਦੇ ਸਕੇਲ ਦੇ ਉੱਤੇ ਦੇਖੀਏ, 100 ਸਾਲ ਕੁਛ ਵੀ ਨਹੀਂ ਹੈ ਇੱਕ ਚੁਟਕੀ ਦੇ ਮੁਕਾਬਲੇ ਵਿੱਚ 100 ਸਾਲ। ਹੁਣ ਪ੍ਰੋਬਲਮ ਕੀ ਹੈ ਕਿ ਜੇ 100 ਸਾਲ ਦੇ ਅੰਦਰ ਆਪਾਂ ਨਿਊਕਲੀਅਰ ਬੰਬ ਕੱਢ ਲਿਆ ਅਤੇ ਕੱਲ੍ਹ ਨੂੰ ਆਪਾਂ ਏਲੀਅਨਸ ਨੂੰ ਮਿਲਦੇ ਹਾਂ, ਆਪਾਂ ਨੂੰ ਨਹੀਂ ਪਤਾ ਉਹ ਸਪੇਸ ਦੇ ਵਿੱਚ ਕਿੰਨੇ ਟਾਈਮ ਤੋਂ ਨੇ। ਹੋ ਸਕਦਾ ਕਿ ਉਹ ਆਪਣੇ ਗ੍ਰਹਿ ਤੋਂ ਨਿਕਲੇ ਹੀ ਹੋਣ ਅਤੇ ਆਪਾਂ ਐਡਵਾਂਸ ਅਤੇ ਆਪਾਂ ਉਹਨਾਂ ਨੂੰ ਟੱਕਰ ਗਏ, ਆਪਾਂ ਉਹਨਾਂ ਨੂੰ ਫੜਿਆ, ਜੋ ਵੀ ਇੰਟੈਰੋਗੇਟ ਕਰਨਾ ਸੀ ਆਪਾਂ ਕੀਤਾ, ਠੀਕ ਹੈ, ਜੋ ਵੀ ਆਪਾਂ ਉਹਨਾਂ ਤੋਂ ਖੋਹਣਾ ਸੀ ਖੋਇਆ। ਬਟ ਜੇ ਉਹ ਘੁੰਮਦੇ ਫਿਰਦੇ ਪਏ ਨੇ ਪ੍ਰੋਬਲੀ ਮਿਲੀਅਨ ਸਾਲਾਂ ਤੋਂ ਆਪਣੇ ਯੂਨੀਵਰਸ ਦੇ ਵਿੱਚ, ਅਤੇ ਆਪਣਾ ਟੱਕਰਾ ਹੁੰਦਾ ਅਤੇ ਆਪਾਂ ਤੇ ਆਲਮੋਸਟ ਬੱਚੇ ਹੋਵਾਂਗੇ। ਜੇ ਆਪਣੇ ਵਰਗੇ ਬੇਵਕੂਫ 100 ਸਾਲ ਦੇ ਅੰਦਰ ਅੰਦਰ ਨਿਊਕਲੀਅਰ ਬੰਬ ਕੱਢ ਸਕਦੇ ਹਾਂ, ਉਹਨਾਂ ਕੋਲ ਮਿਲੀਅਨਸ ਐਂਡ ਮਿਲੀਅਨ ਸਾਲਾਂ ਤੋਂ ਬਾਅਦ ਕਿੱਦਾਂ ਦੀ ਟੈਕਨੋਲੋਜੀ ਹੋਏਗੀ, ਜੋ ਇੱਕ ਕਦੀ ਮੈਨੂੰ ਡਰਾ ਦਿੰਦੀ ਹੈ ਕਿ ਜੇ ਆਪਾਂ ਉਹਨਾਂ ਦੇ ਸਾਹਮਣੇ ਆਏ ਅਤੇ ਆਪਾਂ ਨੂੰ ਨਹੀਂ ਪਤਾ ਉਹਨਾਂ ਨੇ ਕਿੱਦਾਂ ਰਿਐਕਟ ਕਰਨਾ, ਠੀਕ ਹੈ। ਆਪਾਂ ਕਮਿਊਨੀਕੇਟ ਕਿੱਦਾਂ ਕਰਾਂਗੇ? ਪਹਿਲੀ ਗੱਲ ਤਾਂ ਚੀਜ਼ ਇਹ ਵੇ ਲੈਂਗੁਏਜ ਨਾ, ਜਦੋਂ ਸਭ ਤੋਂ ਜ਼ਿਆਦਾ ਫੈਸੀਨੇਟ ਚੀਜ਼ ਮੈਨੂੰ ਲੱਗਦੀ ਹੈ ਲੈਂਗੁਏਜ। ਜਦੋਂ ਮੈਂ ਦੂਜੇ ਹਿਊਮਨਸ ਨੂੰ ਬੋਲਦੇ ਦੇਖਦਾ ਨਾ, ਦੂਜੀ ਭਾਸ਼ਾ ਕੋਈ ਬੋਲਦਾ ਅਤੇ ਮੈਂ ਉਹਨੂੰ ਦੇਖਦਾ, ਇੱਕ ਅੰਦਰ ਮੇਰੇ ਸਾੜਾ ਆ ਜਾਂਦਾ, ਸਾੜਾ, ਕਿ ਇਹ ਜਰਮਨ ਕਿੱਦਾਂ ਬੋਲਦਾ ਪਿਆ, ਮੈਂ ਕਿਉਂ ਨਹੀਂ ਬੋਲਣ ਦਿਆ। ਇਹ ਫਰੈਂਚ ਕਿੱਦਾਂ ਬੋਲਦਾ ਪਿਆ, ਮੈਂ ਕਿਉਂ ਨਹੀਂ ਬੋਲਣ ਦਿਆ। ਮੈਂ ਕਲਪ ਜਾਂਦਾ ਵਾਂ ਕਿ ਮੈਂ ਵੀ ਹਿਊਮਨ ਆ, ਬਟ ਮੇਰੇ ਕੋਲ ਉਹ ਸਕਿੱਲ ਨਹੀਂ। ਆਪਾਂ 2 ਲੱਖ ਸਾਲ ਤੋਂ ਆਪਾਂ ਇਵੋਲਵ ਹੁੰਦੇ ਪਏ ਹਾਂ ਐਜ਼ ਏ ਹਿਊਮਨ ਸਪੀਸ਼ੀਜ਼, ਅਤੇ ਸਿਵਿਲਾਈਜੇਸ਼ਨ ਬਣਨੀ ਸ਼ੁਰੂ ਹੋ ਗਈ ਸੀ 6000 ਸਾਲ ਤੋਂ ਪਹਿਲਾਂ। ਜੇ ਸਿਰਫ ਮੈਂ ਪੰਜਾਬੀ ਦੀ ਗੱਲ ਕਰਾਂ ਨਾ, ਪੰਜਾਬੀ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਹਰੇਕ 10-20 ਕਿਲੋਮੀਟਰ ਤੋਂ ਬਾਅਦ ਇੱਕ ਸ਼ਬਦ ਚੇਂਜ ਹੋ ਜਾਂਦਾ ਵੋਕੈਬਲਰੀ ਦੇ ਵਿੱਚ। ਅਤੇ ਅਗਰ ਮੈਂ ਕੋਈ ਚੀਜ਼ ਕਹਿੰਦਾ ਪਿਆ ਵਾਂ ਪੰਜਾਬੀ ਦੇ ਵਿੱਚ, ਉਹਨੂੰ ਅਗਰ ਮੈਂ ਹੋਰ ਸੌਫਟਲੀ ਕਹਿਣਾ ਤਾਂ ਮੈਂ ਹਿੰਦੀ ਬੋਲਦਾ ਵਾਂ, ਉਹਨੂੰ ਹੋਰ ਸੌਫਟਲੀ ਕਹਿਣਾ ਤਾਂ ਮੈਂ ਉਰਦੂ ਬੋਲਦਾ ਵਾਂ, ਠੀਕ ਹੈ। ਭਾਸ਼ਾਵਾਂ ਦੇ ਅੰਦਰ ਹੀ ਆਪਾਂ ਅਲੱਗ-ਅਲੱਗ ਟੋਨ ਇੱਕ ਸੈੱਟ ਹੋ ਜਾਂਦੀ ਹੈ। ਅਤੇ ਕਦੀ ਅੰਗਰੇਜ਼ੀ ਤੋਂ ਜਦੋਂ ਆਪਾਂ ਟਰਾਂਸਲੇਸ਼ਨ ਕਰਦੇ ਹਾਂ ਪੰਜਾਬੀ ਦੇ ਵਿੱਚ, ਮਤਲਬ ਕੰਪਲੀਟਲੀ ਹੀ ਡਿਫਰੈਂਟ ਹੋ ਜਾਂਦਾ। ਅਤੇ ਮੇਰਾ ਦਿਮਾਗ
ਕਦੀ ਖਰਾਬ ਇਸੇ ਕਰਕੇ ਹੁੰਦਾ ਕਿ 2 ਲੱਖ ਸਾਲ ਤੋਂ ਹਿਊਮਨਸ ਇਵੋਲਵ ਕਰਦੇ ਪਏ ਨੇ, ਐਗਜ਼ਿਸਟੈਂਸ ਦੇ ਵਿੱਚ ਆਏ ਨੇ, ਤੇ ਹਜੇ ਤੱਕ ਆਪਾਂ ਇੱਕ ਦੂਜੇ ਨੂੰ ਨਹੀਂ ਸਮਝਦੇ। ਮੈਂ ਭਾਵੇਂ ਅੰਗਰੇਜ਼ੀ ਸਿੱਖਦਾ ਵਾਂ ਕਿੰਨੇ ਸਾਲਾਂ ਤੋਂ, ਬਟ ਮੈਂ ਪਰਫੈਕਟਲੀ ਨਹੀਂ ਬੋਲ ਸਕਦਾ। ਮੇਰਾ ਐਕਸੈਂਟ ਮੈਨੂੰ ਕਿਸੇ ਦੂਜੇ ਹਿਊਮਨ ਤੋਂ ਅਲੱਗ ਕਰ ਦਿੰਦਾ, ਠੀਕ ਹੈ। ਮੇਰੇ ਬੋਲਣ ਦੀ ਟੋਨ ਕਿਸੇ ਹਿਊਮਨ ਤੋਂ ਅਲੱਗ ਕਰ ਦਿੰਦੀ ਹੈ। ਤੇ ਮੈਨੂੰ ਅਗਰ ਏਲੀਅਨ ਅੱਜ ਚੁੱਕ ਕੇ ਇੰਡੀਆ ਤੋਂ ਰਸ਼ੀਆ ਦੇ ਵਿੱਚ ਸੁੱਟ ਦੇਵੇ, ਮੈਨੂੰ ਨਹੀਂ ਪਤਾ ਕਿ ਮੇਰੇ ਆਸੇ ਪਾਸੇ ਲੋਕੀ ਕੀ ਬੋਲਦੇ ਪਏ ਨੇ। ਆਪਾਂ ਇੰਨੇ ਸਟੂਪਿਡ ਆ ਕਿ 2 ਲੱਖ ਸਾਲ ਤੋਂ ਬਾਅਦ ਵੀ ਇੱਕ ਦੂਜੇ ਨੂੰ ਆਪਾਂ ਨਹੀਂ ਸਮਝ ਪਾਏ। ਹੁਣ ਇਮੈਜਿਨ ਕਰੋ, ਜਹਾਜ਼ ਇੱਕ ਦੂਜੇ ਦੇ ਸਾਹਮਣੇ ਖੜੇ ਨੇ, ਇੱਧਰ ਜਹਾਜ਼ ਖੜਾ ਬੰਦਿਆਂ ਦਾ ਤੇ ਇੱਧਰ ਜਹਾਜ਼ ਖੜਾ ਏਲੀਅਨਸ ਦਾ, ਇੱਕ ਦੂਜੇ ਦੇ ਆਮੋ ਸਾਹਮਣੇ ਸਪੇਸ ਦੇ ਵਿੱਚ, ਤੇ ਆਪਾਂ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਅੰਗਰੇਜ਼ੀ ਦੇ ਵਿੱਚ ਜਾਂ ਰਸ਼ੀਅਨ ਦੇ ਵਿੱਚ ਜਾਂ ਉਰਦੂ ਦੇ ਵਿੱਚ, ਹਿੰਦੀ ਦੇ ਵਿੱਚ। ਮੈਂ ਸੋਚਦਾ ਕਿ ਆਪਾਂ ਹਜੇ ਤੱਕ ਆਪਣੇ ਆਪ ਨੂੰ ਨਹੀਂ ਸਮਝ ਪਾਏ ਕਿ ਕਿਹੜੀ ਭਾਸ਼ਾ ਨਾਲ ਬੋਲਣਾ, ਜਾਂ ਬੰਦਾ ਮੇਰੀ ਭਾਸ਼ਾ ਨੂੰ, ਮੇਰੇ ਸ਼ਬਦਾਂ ਨੂੰ ਕਿਸ ਤਰ੍ਹਾਂ ਲਏਗਾ। ਤੇ ਉਹ ਇੱਕ ਪਲੈਨਟ ਦੇ ਵਾਸੀ, ਸ਼ਾਇਦ ਜਿੱਥੇ ਲੈਂਗੁਏਜ ਹੋਏ ਹੀ ਨਾ, ਸ਼ਾਇਦ ਉਹ ਦਿਮਾਗ ਤੋਂ ਦਿਮਾਗ ਜਾਂ ਇੱਕ ਦੂਜੇ ਨੂੰ ਟੱਚ ਕਰਕੇ ਕਮਿਊਨੀਕੇਟ ਕਰਦੇ ਨੇ, ਉਹਨਾਂ ਨਾਲ ਆਪਾਂ ਕਿੱਦਾਂ ਕਮਿਊਨੀਕੇਟ ਕਰਾਂਗੇ। ਜੇ ਅੱਜ ਕੋਈ ਪੋਡਕਾਸਟ ਬੰਦਾ ਕਰਦਾ, ਉਹ ਬੋਲਦਾ ਕੋਈ ਇੱਦਾਂ ਦੀ ਚੀਜ਼ ਕਹਿ ਦਿੰਦਾ ਕਿ ਉਹਦਾ ਇੱਕ ਬੜਾ ਤਗੜਾ ਇਸ਼ੂ ਬਣ ਜਾਂਦਾ ਪੰਜਾਬ ਦੇ ਵਿੱਚ, ਜਾਂ ਅੰਗਰੇਜ਼ੀ ਦਾ ਕੋਈ ਪੋਡਕਾਸਟਰ ਬੋਲਦਾ, ਇੰਗਲਿਸ਼ ਬੋਲਣ ਵਾਲੇ ਉਹਦਾ ਇੰਨਾ ਮਤਲਬ ਗਲਤ ਕੱਢ ਲੈਂਦੇ ਨੇ। ਅਗਰ ਹਿਊਮਨਸ ਹੀ ਨਹੀਂ ਅੰਡਰਸਟੈਂਡ ਕਰ ਪਾਉਂਦੇ ਇਹ ਭਾਸ਼ਾ ਵਾਲੀ ਚੀਜ਼, ਤੇ ਏਲੀਅਨਸ ਨੂੰ ਆਪਾਂ ਕਿੱਦਾਂ ਕਮਿਊਨੀਕੇਟ ਕਰਾਂਗੇ, ਲੈਂਗੁਏਜ ਤੋਂ ਬਿਨਾਂ ਆਪਾਂ ਕਿੱਦਾਂ ਉਹਦੇ ਨਾਲ ਬੋਲਾਂਗੇ, ਇਹ ਬੜਾ ਫੈਦਮ ਕਰਨਾ ਔਖਾ ਹੋ ਜਾਂਦਾ। ਤੇ ਆਪਣੇ ਕਿਸੇ ਬੋਲਣੇ ਨੂੰ ਉਹ ਸ਼ਾਇਦ ਉਹ ਡਰ ਹੀ ਨਾ ਜਾਣ, ਜਾਂ ਆਪਾਂ ਕੁਛ ਬੋਲੀਏ ਤਾਂ ਕਹਿਣ ਯਾਰ ਇਹ ਚੀਜ਼ਾਂ ਤੇ ਆਵਾਜ਼ ਬਹੁਤ ਕਰਨ ਦੀ ਆ, ਮਾਰੋ ਸਾਰਿਆਂ ਨੂੰ, ਠੀਕ ਹੈ। ਤੇ ਇਹ ਚੀਜ਼ ਵੀ ਮੈਨੂੰ ਡਰਾਉਂਦੀ ਹੈ ਕਿ ਆਪਾਂ ਜੇ ਆਮੋ ਸਾਹਮਣੇ ਆਏ ਵੀ, ਤੇ ਆਪਣੇ ਗੱਲ ਕਰਨ ਦਾ ਤਰੀਕਾ ਕੀ ਹੋਏਗਾ, ਇੱਕ ਦੂਜੇ ਨੂੰ ਸਮਝਣ ਦਾ ਤਰੀਕਾ ਕੀ ਹੋਏਗਾ, ਕੀ ਇਹ ਆਪਣੇ ਵਾਸਤੇ ਐਡਵਾਂਟੇਜ ਜਾਂ ਡਿਸਐਡਵਾਂਟੇਜ ਹੈ, ਠੀਕ ਹੈ। ਤੇ ਇੱਕ ਹੋਰ ਚੈਨਲ ਸੀ, ਇਹ ਵੀ ਮੈਂ ਚੀਜ਼ ਮੈਂਸ਼ਨ ਕਰ ਹੀ ਦੇਵਾਂ, ਉਹ ਕਹਿੰਦਾ ਕਿ ਸੋਚੋ ਤੁਸੀਂ ਜੰਗਲ ਦੇ ਵਿੱਚ ਜਾਂਦੇ ਪਏ ਹੋ, ਜੰਗਲ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ, ਠੀਕ ਹੈ, ਕੋਈ ਵੀ ਤੁਹਾਡੇ ਆਸੇ ਪਾਸੇ ਤੁਹਾਡੇ ਵਰਗਾ ਕੋਈ ਵੀ ਨਹੀਂ, ਤੇ ਇੱਕਦਮ ਇੱਕ ਜੀਵ ਆਉਂਦਾ ਤੁਹਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ। ਤੁਹਾਡੇ ਕੋਲ ਵੀ ਇੱਕ ਹਥਿਆਰ ਹੈ ਤੇ ਉਹਦੇ ਕੋਲ ਵੀ ਹਥਿਆਰ ਹੈ, ਠੀਕ ਹੈ। ਕਮਿਊਨੀਕੇਸ਼ਨ ਕਰਨ ਦਾ ਕੋਈ ਤੁਹਾਡਾ ਤਰੀਕਾ ਨਹੀਂ, ਤੁਸੀਂ ਇੱਕ ਦੂਜੇ ਨੂੰ ਨਹੀਂ ਸਮਝਦੇ। ਹੁਣ ਤੁਸੀਂ ਦੋਵੇਂ ਡਰੇ ਹੋਏ ਹੋ, ਤੁਸੀਂ ਕੀ ਕਰੋਗੇ? ਹੁਣ ਇੱਥੇ ਜੇ ਮੈਂ ਸੋਚਾਂ, ਜੇ ਏਲੀਅਨ ਤੇ ਆਪਾਂ, ਜੇ ਆਪਾਂ ਇੱਕੋ ਤਰ੍ਹਾਂ ਦੇ ਆ, ਇੱਕੋ ਤਰ੍ਹਾਂ ਦੀ ਟੈਕਨੋਲੋਜੀ ਹੈ, ਸਭ ਕੁਝ ਬਰਾਬਰ ਹੈ, ਕੋਈ ਕਿਸੇ ਤੋਂ ਐਡਵਾਂਸ ਨਹੀਂ। ਹੁਣ ਪ੍ਰੋਬਲਮ ਇਹ ਵੇ ਭਾਸ਼ਾ, ਠੀਕ ਹੈ। ਜੇ ਇੱਕ ਦੂਜੇ ਦੇ ਸਾਹਮਣੇ ਆਪਾਂ ਆ ਕੇ ਖੜੇ ਹੋ ਗਏ, ਕੀ ਉਹ ਪਹਿਲੋਂ ਹਮਲਾ ਕਰੇਗਾ ਆਪਣੇ ਡਰ ਤੋਂ ਕਿ ਆਪਾਂ ਨਾ ਉਹਨੂੰ ਮਾਰ ਦਈਏ, ਜਾਂ ਆਪਾਂ ਪਹਿਲੋਂ ਹਮਲਾ ਕਰਾਂਗੇ ਕਿ ਉਹ ਨਾ ਆਪਾਂ ਨੂੰ ਮਾਰ ਦੇ? ਤੇ ਹੁਣ ਐਡਵਾਂਟੇਜ ਉਸੇ ਬੰਦੇ ਕੋਲ ਹੈ ਜਿਹੜਾ ਪਹਿਲੋਂ ਹਮਲਾ ਕਰੇਗਾ, ਠੀਕ ਹੈ, ਸਿਰਫ ਡਰ ਕਾਰਨ ਕਿ ਇਹ ਮੈਨੂੰ ਨਾ ਮਾਰ ਦੇਵੇ। ਇਹ ਵੀ ਬਹੁਤ ਜ਼ਿਆਦਾ ਪੋਸੀਬਲ ਹੈ। ਫਿਰ ਇਮੋਸ਼ਨਸ ਵੀ ਇੱਕ ਆਪਣੀ ਵੀਕਨੈਸ ਮੈਂ ਕਹਿ ਲਵਾਂ ਕਿ ਆਪਣੇ ਇਮੋਸ਼ਨਸ ਅਲੱਗ-ਅਲੱਗ ਤਰ੍ਹਾਂ ਦੇ ਨੇ। ਇਹ ਵੀ ਭਾਸ਼ਾ ਵਾਂਗੂ ਵੀ, ਜਿੱਦਾਂ ਆਪਾਂ ਭਾਸ਼ਾ ਨਹੀਂ ਸਮਝਦੇ, ਆਪਾਂ ਲੋਕਾਂ ਦੀ ਇਮੋਸ਼ਨਸ ਵੀ ਹਜੇ ਤੱਕ ਨਹੀਂ ਚੰਗੀ ਤਰ੍ਹਾਂ ਸਮਝ ਪਾਉਂਦੇ। ਆਪਾਂ ਨੂੰ ਨਹੀਂ ਪਤਾ ਕਿ ਬੰਦਾ ਕੋਈ ਚੀਜ਼ ਬੋਲਦਾ ਪਿਆ, ਉਹਦੇ ਮਨ 'ਚ ਕੀ ਹੈ। ਜਿੱਦਾਂ ਕੁੜੀਆਂ ਨੇ ਕਿ ਉਹ ਬੋਲਦੀਆਂ ਕੁਛ ਹੋਰ ਨੇ, ਪਿੱਛੇ ਉਹਨਾਂ ਦੇ ਕੁਛ ਹੋਰ ਚੱਲਦਾ ਹੁੰਦਾ, ਤੇ ਹਮੇਸ਼ਾ ਬੰਦੇ ਨੂੰ ਇੱਕ ਲੜਾਈ ਵੱਲ ਚੀਜ਼ ਧਕੇਲ ਦਿੰਦੀ ਹੈ। ਕੁੜੀ ਨੇ ਕਿਹਾ ਕੁਛ ਹੋਰ, ਬਟ ਉਹਦੇ ਕਹਿਣ ਦਾ ਮਤਲਬ ਕੁਛ ਹੋਰ ਸੀ, ਬੰਦਾ ਫਸ ਗਿਆ। ਹਜੇ ਬੰਦਾ ਜਨਾਨੀ ਨੂੰ ਹੀ ਨਹੀਂ ਸਮਝ ਪਾਇਆ। ਹੁਣ ਇਮੈਜਿਨ ਕਰੋ, ਅਗਰ ਇਮੋਸ਼ਨਸ ਆਪਣੇ ਇੰਨੇ ਫਰੈਜਾਈਲ ਨੇ, ਤੇ ਏਲੀਅਨਸ ਦੇ ਇਮੋਸ਼ਨਸ ਉਹਨਾਂ ਨੂੰ ਸਮਝਣਾ ਕਿੰਨਾ ਔਖਾ ਹੋਏਗਾ। ਫਿਰ ਜਦੋਂ ਮੈਂ ਕਲਾਸਿਕ ਐਗਜ਼ਾਮਪਲ ਮੈਂ ਦਿੰਦਾ ਹੁੰਦਾ ਕਿ ਜਦੋਂ ਇੰਡੀਆ ਦੀ ਡਿਵੀਜ਼ਨ ਹੋਈ, ਇੰਡੀਆ ਤੇ ਪਾਕਿਸਤਾਨ ਪਾਰਟੀਸ਼ਨ ਹੋਈ ਨਾ, ਜੋ ਬੰਦੇ ਨੂੰ ਇੰਡੀਆ ਭੇਜਿਆ ਗਿਆ, ਮੈਨੂੰ ਨਾਮ ਭੁੱਲ ਗਿਆ, ਜਦੋਂ ਉਹ ਇੰਡੀਆ ਆਇਆ ਤੇ ਉਹਨੂੰ 30 ਦਿਨ ਦਾ ਸਮਾਂ ਮਿਲਿਆ ਕਿ ਤੂੰ ਇੰਡੀਆ ਨੂੰ ਵੰਡਣਾ, ਪਾਕਿਸਤਾਨ ਤੇ ਇੰਡੀਆ ਦੇ ਵਿੱਚ 30 ਦਿਨ ਦਾ। ਇੰਡੀਆ ਦਾ ਕਲਚਰ ਇੰਨਾ ਜ਼ਿਆਦਾ ਕੰਪਲੈਕਸ ਹੈ, 30 ਸਾਲਾਂ ਦੇ ਵਿੱਚ ਕੋਈ ਸਮਝ ਨਹੀਂ ਪਾਏਗਾ। ਮੈਂ 30 ਸਾਲਾਂ ਦਾ ਇੰਡੀਅਨ ਆ, ਠੀਕ ਹੈ। ਕਿੰਨੀਆਂ ਤਰ੍ਹਾਂ ਦੀਆਂ ਸੱਭਿਅਤਾਵਾਂ ਨੇ ਇੰਡੀਆ ਦੇ ਵਿੱਚ, ਕਿੰਨੀਆਂ ਤਰ੍ਹਾਂ ਦੀਆਂ ਭਾਸ਼ਾਵਾਂ ਨੇ ਇੰਡੀਆ ਦੇ ਵਿੱਚ, ਮੈਂ ਨਹੀਂ ਸਮਝ ਪਾਇਆ। ਮੈਂ ਆਪਣੇ ਸੂਬੇ ਨੂੰ ਨਹੀਂ ਸਮਝ ਪਾਇਆ ਹਜੇ ਤੱਕ, ਪੰਜਾਬ ਨੂੰ। ਤੇ ਉਹ ਬੰਦਾ ਆ ਕੇ ਬਾਹਰੋਂ 30 ਦਿਨਾਂ ਦੇ ਅੰਦਰ ਅੰਦਰ ਉਹਨੂੰ ਡਿਵੀਜ਼ਨ ਕਰਨੀ ਸੀ ਇੰਡੀਆ ਦੀ, ਤੇ ਉਹਨਾਂ ਨੇ ਕੀਤੀ। ਤੇ ਤਾਂ ਹੀ ਉਹ ਇੰਨੇ ਜ਼ਿਆਦਾ ਲੋਕੀ ਮਰੇ, ਸਿੱਖ, ਹਿੰਦੂ, ਮੁਸਲਮਾਨ, ਇਸੇ ਕਾਰਨ ਕਿਉਂਕਿ ਉਹ ਬੰਦੇ ਨੂੰ ਇੰਡੀਅਨਸ ਦੇ ਇਮੋਸ਼ਨਸ ਦੀ ਕੋਈ ਸਮਝ ਨਹੀਂ ਸੀ। ਤੇ ਇਹੀ ਚੀਜ਼ ਨੂੰ ਮੈਂ ਦੇਖਾਂ, ਤੇ ਏਲੀਅਨਸ ਨੂੰ ਜੇ ਆਪਾਂ ਨਾਲ ਕਮਿਊਨੀਕੇਟ ਕਰਦੇ ਨੇ ਤੇ ਉਹਨਾਂ ਨੂੰ ਆਪਣੇ ਇਮੋਸ਼ਨ ਦਾ ਨਹੀਂ ਪਤਾ, ਉਹ ਕਿੱਦਾਂ, ਆਪਾਂ ਕਿੱਦਾਂ ਫੀਲ ਕਰਦੇ ਹਾਂ ਜਾਂ ਕੀ ਨਹੀਂ ਫੀਲ ਕਰਦੇ। ਹੁਣ ਮੈਂ ਕੀੜੀਆਂ ਨੂੰ ਦੇਖਦਾ, ਉਹਨਾਂ ਵਾਸਤੇ ਮੈਂ ਇੱਕ ਰੱਬ ਦੀ ਤਰ੍ਹਾਂ ਵਾਂ,
ਉਹ ਸਾਨੂੰ ਸ਼ਾਇਦ ਨਹੀਂ ਸਮਝਦੇ, ਠੀਕ ਹੈ। ਤੇ ਮੈਂ ਜੇ ਕੱਲ੍ਹ ਨੂੰ ਕੋਠੀ ਪਾਉਣੀ ਹੈ ਤੇ ਮੈਂ ਪੁੱਟਦਾ ਪਿਆ ਵਾਂ ਗਰਾਊਂਡ ਸਾਰੀ, ਤੇ ਕਿੰਨੀਆਂ ਕੀੜੀਆਂ ਹੋਣਗੀਆਂ, ਕਿੰਨੇ ਗੰਡੋਏ ਮੈਂ ਮਰਾਂਗਾ, ਮੈਨੂੰ ਕੇਅਰ ਨਹੀਂ, ਮੈਂ ਇੱਕ ਰਿਮੋਰਸ ਵੀ ਫੀਲ ਨਹੀਂ ਕਰਦਾ, ਠੀਕ ਹੈ। ਕੋਈ ਵੱਡਾ ਡੰਗਰ ਮਾਰੀਏ ਨਾ, ਕਿਸੇ ਜਾਨਵਰ ਨੂੰ ਮਾਰੀਏ, ਦਿਮਾਗ 'ਚ ਕਦੀ ਕਦੀ ਆਉਂਦਾ ਯਾਰ ਐਡਾ ਵੱਡਾ ਜੀਵ ਆਪਾਂ ਮਾਰਤਾ, ਮਨ 'ਚ ਕਦੇ ਨਾ ਕਦੀ ਹੁੰਦਾ। ਕੋਈ ਮਾੜੇ ਤੋਂ ਮਾੜਾ ਬੰਦਾ ਵੀ ਹੋਏਗਾ, ਦਿਮਾਗ 'ਚ ਕਦੇ ਨਾ ਕਦੇ ਆਏਗਾ ਯਾਰ ਮੈਂ ਇਹ ਚੀਜ਼ ਨੂੰ ਮਾਰਤਾ, ਦਿਮਾਗ ਦੇ ਵਿੱਚ ਉਹ ਚੀਜ਼ ਆਈ, ਕਿਉਂਕਿ ਉਹ ਚੀਜ਼ ਆਪਾਂ ਨੂੰ ਦਿਖਦੀ ਹੈ। ਬਟ ਕੀੜੀਆਂ ਗੰਡੋਏ ਉਹਨਾਂ ਨੂੰ ਆਪਾਂ ਡੈਸੀਮੇਟ ਕਰਦੇ ਰਹਿੰਦੇ ਆ, ਆਪਣੇ 'ਚ ਕੋਈ ਰਿਮੋਰਸ ਵੀ ਨਹੀਂ ਆਉਂਦਾ। ਅਗਰ ਆਪਾਂ ਆਪਣੇ ਜੀਵਾਂ ਨੂੰ ਇੱਦਾਂ ਫੀਲ ਕਰਦੇ ਹਾਂ, ਤੇ ਉਹ ਜਿਹੜੀ ਸਿਵਲਾਈਜੇਸ਼ਨ ਬਾਹਰਲਾ ਕੋਈ ਏਲੀਅਨ ਹੋਏਗਾ ਜੋ ਬਿਲੀਅਨ ਸਾਲਾਂ ਤੋਂ, ਮੈਂ ਆਪਣੀ ਹਜੇ 2 ਲੱਖ ਸਾਲ ਦੀ ਗੱਲ ਹੈ ਕਿ ਆਪਾਂ ਇੰਨੇ ਟਾਈਮ ਤੋਂ ਆ, ਤੇ ਜੇ ਕੋਈ ਏਲੀਅਨ ਬਿਲੀਅਨ ਸਾਲਾਂ ਤੋਂ ਕਿਤੇ ਵੱਸਦਾ ਪਿਆ ਹੈ ਤੇ ਉਹ ਧਰਤੀ ਤੇ ਆਉਂਦਾ ਹੈ, ਤੇ ਉਹ ਇੰਨਾ ਜ਼ਿਆਦਾ ਕੰਡੀਸ਼ਨਡ ਹੋ ਚੁੱਕਿਆ ਹੋਏਗਾ ਕਿ ਉਹਦੇ ਵਿੱਚ ਕੋਈ ਇਮੋਸ਼ਨਸ ਨਹੀਂ ਹੋਏਗਾ। ਤੇ ਜੇ ਉਹਨੂੰ ਪਤਾ ਲੱਗੇ ਕਿ ਯਾਰ ਇਹ ਸਾਰਿਆਂ ਹਿਊਮਨਸ ਦੇ ਦਿਮਾਗ ਨੂੰ ਅਗਰ ਮੈਂ ਜੋੜਾਂ ਤੇ ਇੱਕ ਵੱਡਾ ਦਿਮਾਗ ਮੈਂ ਬਣਾ ਸਕਦਾ ਵਾਂ, ਤੇ ਬਟ ਇਹ ਸਾਰਿਆਂ ਦੇ ਦਿਮਾਗ ਨੂੰ ਜੋੜਨ ਵਾਸਤੇ ਮੈਨੂੰ ਸਾਰਿਆਂ ਨੂੰ ਮਾਰਨਾ ਪਏਗਾ, ਤੇ ਉਹਦੇ ਵਿੱਚ ਟਰਸਟ ਮੀ ਕੋਈ ਰਿਮੋਰਸ ਨਹੀਂ ਹੋਏਗਾ। ਉਹ ਐਂਸ਼ੀਐਂਟ ਬੀਨ ਦੇ ਅੰਦਰ ਕੋਈ ਸੈਡਨੈਸ ਨਹੀਂ ਹੋਏਗੀ, ਉਹ ਆਪਾਂ ਨੂੰ ਇੱਦਾਂ ਕਰਕੇ ਖ਼ਤਮ ਕਰ ਸਕਦਾ। ਤੇ ਇਹਦੇ 'ਤੇ ਵੀ ਮੈਂ ਕਦੀ ਕਦੀ ਡਰਦਾ ਵਾਂ, ਜਦੋਂ ਮੈਂ ਪੁਰਾਣੇ ਜੋ ਆਪਣੇ ਗੋਡਸ ਹੋਏ ਨੇ, ਦੇਵਤੇ ਹੋਏ ਨੇ, ਦੇਵੀ ਦੇਵਤੇ ਹੋਏ ਨੇ, ਅਗਰ ਦੇਵੀ ਦੇਵਤੇ ਨੇ ਤੇ ਕੋਈ ਅਸੁਰ ਵੀ ਹੋਏ ਹੋਣਗੇ, ਕੋਈ ਮਾੜੇ ਬੰਦੇ ਵੀ ਹੋਏ ਹੋਣਗੇ, ਤੇ ਮੈਂ ਉਹਨਾਂ ਨੂੰ ਕਦੀ ਵੀ ਦੇਵੀ ਦੇਵਤੇ ਜਾਂ ਅਸੁਰ ਜਾਂ ਮੌਨਸਟਰ ਨਹੀਂ ਮੰਨਿਆ, ਉਹ ਸਾਰੇ ਏਲੀਅਨ ਹੀ ਸੀ ਮੇਰੇ ਹਿਸਾਬ ਨਾਲ। ਤੇ ਜੇ ਉਹ ਵਾਪਸ ਆਉਂਦੇ ਨੇ ਕਹਿੰਦੇ ਨੇ ਯਾਰ ਹਿਊਮਨਸ ਇਹਨਾਂ ਦਾ ਫਲੈਸ਼ ਸਾਨੂੰ ਚਾਹੀਦਾ, ਜਾਂ ਇਹਨਾਂ ਸਾਰਿਆਂ ਦੇ ਦਿਲ ਸਾਨੂੰ ਚਾਹੀਦੇ ਨੇ, ਜਾਂ ਇਹਨਾਂ ਸਾਰਿਆਂ ਦੇ ਦਿਮਾਗ ਸਾਨੂੰ ਚਾਹੀਦੇ ਨੇ, ਇਹਨਾਂ ਦੀਆਂ ਅੱਖਾਂ ਸਾਨੂੰ ਚਾਹੀਦੀਆਂ ਨੇ ਐਕਸਪੈਰੀਮੈਂਟਸ ਵਾਸਤੇ, ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਰਿਮੋਰਸ ਵੀ ਆਏਗਾ। ਉਹ ਕੰਟੀਨਿਊ ਕਰਨਗੇ, ਜਿੱਦਾਂ ਆਪਾਂ ਕੀੜੀਆਂ ਨੂੰ ਮਾਰਦੇ ਹਾਂ ਆਪਣੀ ਕੋਠੀ ਬਣਾਉਣ ਵਾਸਤੇ, ਉਹ ਵੀ ਸ਼ਾਇਦ ਇੱਦਾਂ ਹੀ ਸੋਚਣਗੇ ਕਿ ਨਹੀਂ ਇਹਨਾਂ ਦੀ ਲੋੜ ਨਹੀਂ, ਇਹ ਫੇਰ ਆਪਾਂ ਬਣਾ ਸਕਦੇ ਹਾਂ ਹਿਊਮਨਸ। ਤੇ ਇਹ ਚੀਜ਼ ਤੋਂ ਮੈਂ ਕਦੀ ਕਦੀ ਬਹੁਤ ਜ਼ਿਆਦਾ ਡਰਦਾ ਵਾਂ। ਤੇ ਬਾਕੀ ਜਿੱਦਾਂ ਮੈਂ ਸੁਪਨੇ ਦੀ ਆਪਣੀ ਗੱਲ ਕੀਤੀ ਸੀ, ਕਿੱਦਾਂ ਦੀ ਬਿਮਾਰੀ ਅਗਰ ਮੇਰੀ ਫੈਮਿਲੀ ਸੁਪਨੇ ਦੇ ਵਿੱਚ ਉਹਨੂੰ ਮਾਰ ਕੇ ਖਾਂਦੀ ਹੈ, ਕਿੱਦਾਂ ਦੀਆਂ ਬਿਮਾਰੀਆਂ ਆਉਣਗੀਆਂ। ਫਿਰ ਜਦੋਂ ਮੈਂ ਧਰਤੀ ਦੇ ਅੰਦਰ ਦੇਖਦਾ ਨਾ ਕਿ ਜਦੋਂ ਕੋਲੰਬਸ ਉਹਨੇ ਅਮਰੀਕਾ ਲੱਭਿਆ ਪਹਿਲੀ ਵਾਰੀ ਤੇ ਉੱਥੇ ਪਹੁੰਚਿਆ, ਉਹਨਾਂ ਨੇ ਇੰਨੀਆਂ ਬਿਮਾਰੀਆਂ ਉੱਥੇ ਅਮਰੀਕਾ ਦੇ ਵਿੱਚ ਖੜੀਆਂ ਕਿ ਅਮਰੀਕਨ ਇੰਡੀਅਨਸ ਦਾ ਇਮਿਊਨ ਸਿਸਟਮ ਉਹਦੇ ਵਾਸਤੇ ਰੈਡੀ ਨਹੀਂ ਸੀ, ਠੀਕ ਹੈ। ਚਿਕਨ ਪੌਕਸ ਹੋ ਗਿਆ, ਮੀਜ਼ਲਸ ਹੋ ਗਈਆਂ, ਹੋਰ ਵੀ ਬਹੁਤ ਜ਼ਿਆਦਾ ਬਿਮਾਰੀਆਂ। 90% ਇੰਡੀਅਨ ਅਮਰੀਕਨਸ ਦੀ ਪੋਪੂਲੇਸ਼ਨ ਸਿਰਫ ਬਿਮਾਰੀਆਂ ਕਰਕੇ ਖਤਮ ਹੋ ਗਈ। 2 ਹਿਊਮਨ ਸਪੀਸ਼ੀਜ਼ ਮਿਲੀਆਂ ਜਿੱਥੇ ਦੂਜੀ ਸਪੀਸ਼ੀਜ਼ ਰੈਡੀ ਨਹੀਂ ਸੀ ਬਿਮਾਰੀਆਂ ਵਾਸਤੇ, ਤੇ ਇਮਿਊਨ ਸਿਸਟਮ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ। ਇਹ ਜਿੱਦਾਂ ਮੈਂ ਕਿਹਾ, ਇਹ ਸਿਰਫ ਧਰਤੀ ਦੇ ਅੰਦਰ ਹੋਇਆ। ਫਿਰ ਸਪੈਨਿਸ਼ ਫਲੂ ਜਦੋਂ ਹੋਇਆ, 25 ਤੋਂ 50 ਮਿਲੀਅਨ ਲੋਕ ਮਰੇ, ਉਹ ਵੀ ਕਿਸੇ ਤਰ੍ਹਾਂ ਦਾ ਵਾਇਰਸ ਸੀ ਜਾਂ ਬੈਕਟੀਰੀਆ ਸੀ, ਉਹ ਵੀ ਧਰਤੀ ਦਾ ਬਣਿਆ ਹੋਇਆ। ਹੁਣ ਕਰੋਨਾ ਵਾਇਰਸ ਆਇਆ, ਧਰਤੀ ਦਾ ਹੀ ਵਾਇਰਸ ਹੈ। ਇੱਥੇ ਹੁਣ ਤੱਕ ਆਈ ਥਿੰਕ 6.5 ਮਿਲੀਅਨ ਲੋਕ ਮਰ ਚੁੱਕੇ ਨੇ, 6 ਜਾਂ 7 ਮਿਲੀਅਨ। ਤੇ ਅਗਰ ਇਹ ਧਰਤੀ ਦੇ ਵਾਇਰਸ ਹੀ ਆਪਾਂ ਨੂੰ ਇੰਦਾ ਇੰਪੈਕਟ ਕਰ ਸਕਦੇ ਨੇ, ਤੇ ਬਾਹਰਲਾ ਏਲੀਅਨ ਜੇ ਇੱਥੇ ਆਉਂਦਾ, ਉਹਨਾਂ ਦੀ ਬਾਇਓਲੋਜੀ ਕਿੱਦਾਂ ਦੀ ਹੈ, ਕਿੱਦਾਂ ਦੇ ਵਾਇਰਸ ਲਿਆਉਣਗੇ, ਬੈਕਟੀਰੀਆ ਲਿਆਉਣਗੇ, ਆਪਾਂ ਨੂੰ ਕੋਈ ਆਈਡੀਆ ਨਹੀਂ। ਤੇ ਇਹ ਚੀਜ਼ ਜੋ ਮੈਂ ਦੇਖਦਾ ਵਾਂ, ਇਹ ਸਾਰੀਆਂ ਚੀਜ਼ਾਂ ਜਦੋਂ ਮੈਂ ਕੰਸੀਡਰ ਕਰਦਾ, ਤੇ ਮੈਂ ਫੇਰ ਸੋਚਦਾ ਕਿ ਯਾਰ ਹਾਂ ਠੀਕ ਹੈ, ਮੈਂ ਏਲੀਅਨਸ ਨੂੰ ਮਿਲਣਾ ਚਾਹੁੰਦਾ ਵਾਂ, ਬਹੁਤ ਜ਼ਿਆਦਾ ਲੋਕ ਸ਼ਾਇਦ ਮਿਲਣਾ ਜਾਂ ਦੇਖਣਾ ਚਾਹੁੰਦੇ ਨੇ। ਬਟ ਜੇ ਇਹ ਚੀਜ਼ਾਂ ਨੂੰ ਕੰਸੀਡਰ ਕਰੀ, ਹੋਰ ਵੀ ਬਹੁਤ ਜ਼ਿਆਦਾ ਫੈਕਟਰ ਹੋਣਗੇ ਜੋ ਮੇਰੇ ਦਿਮਾਗ 'ਚ ਨਹੀਂ ਆਏ, ਜਾਂ ਹੋਰ ਲੋਕ ਸੋਚਦੇ ਹੋਣਗੇ ਕਿ ਯਾਰ ਏਲੀਅਨ ਆਏ ਤੇ ਕਿੰਨੀ ਮਾੜੀ ਚੀਜ਼ ਹੋ ਸਕਦੀ ਹੈ ਜੇ ਉਹ ਆਪਣੇ ਸਾਹਮਣੇ ਆਉਣ। ਤੇ ਸ਼ਾਇਦ ਏਲੀਅਨਸ ਇਹ ਚੀਜ਼ ਸ਼ਾਇਦ ਸਮਝਦੇ ਹੋਣਗੇ, ਸ਼ਾਇਦ ਤਾਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਲੁਕੋਇਆ ਹੋਇਆ। ਤੇ ਇੱਦਾਂ ਦੀਆਂ ਪੁੱਠੀਆਂ ਸਿੱਧੀਆਂ ਚੀਜ਼ਾਂ ਮੈਂ ਸੋਚਦਾ ਰਹਿੰਦਾ ਵਾ। ਤੇ ਇਹ ਸੀ ਅੱਜ ਦਾ ਐਪੀਸੋਡ। ਆਈ ਹੋਪ ਤੁਸੀਂ ਇੰਜੋਏ ਕੀਤਾ ਹੋਏਗਾ। ਹੁਣ ਮਿਲਦੇ ਆਪਾਂ ਅਗਲੇ ਐਪੀਸੋਡ ਦੇ ਵਿੱਚ। ਮੈਂ ਤੁਹਾਡਾ ਆਪਣਾ ਕਾਕਾ ਬਲੀ, ਨਾਮ ਮੇਰਾ ਗਗਨਦੀਪ ਸਿੰਘ। ਸਤਿ ਸ਼੍ਰੀ ਅਕਾਲ।